ਅਕਾਲੀ ਦਲ ਦਾ ਸਾਰਾ ਟੱਬਰ ਸਮਝਾਉਣ ਤੁਰਿਆ ਫਿਰਦਾ ਸੀ ਬਿੱਲਾਂ ਦੇ ਹੱਕ ਦੇ ਵਿੱਚ, ਤੇ ਉਹਨੂੰ ਕੀ ਅਧਿਕਾਰ ਹੈ? ਉਹਨਾਂ ਦਾ ਅਧਿਕਾਰ ਸਿਰਫ ਇੰਨਾ ਆ ਕਿ ਉਹ ਸਾਰਾ ਟੱਬਰ ਅਕਾਲੀ ਦਲ ਦਾ ਜਾ ਕੇ ਮਾਫੀ ਮੰਗੇ। सरकार झूठ बोल रही, सरकार झूठ बोल रही। जिस दिन बातचीत करेगी वो कर लेगी। ਅੱਜ ਸਾਰੀ ਕੈਬਨਿਟ 'ਚ ਸਿਰਫ ਕਿਸਾਨ ਬਾਰੇ ਗੱਲ ਹੋਈ ਆ ਵੀ ਕਿਸ ਤਰੀਕੇ ਨਾਲ ਸਰਕਾਰ ਦੀਆਂ ਗੋਡਣੀਆਂ ਟਿਕਾਉਣੀਆਂ ਦਿੱਲੀ ਦੀਆਂ। भारत बंद है, इसका मतलब ये है कि सरकार बातचीत शुरू करे और इसका समाधान निकाले। ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕੱਪੜ ਛਾਣ ਦਾ ਖਾਸ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ। ਖਾਸ ਪ੍ਰੋਗਰਾਮ ਜਿਸ ਦੇ ਵਿੱਚ ਵੱਖ-ਵੱਖ ਮਸਲਿਆਂ ਦੇ ਉੱਤੇ ਵਿਸਥਾਰ ਦੇ ਨਾਲ ਡੱਲਾ ਸਾਹਿਬ ਤੋਂ ਟਿੱਪਣੀ ਲੈਣੇ ਆ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਡੱਲਾ ਸਾਹਿਬ ਆਪਣੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਰਹਿਣਗੇ। ਪ੍ਰੋਗਰਾਮ ਦੇ ਵਿੱਚ ਚਰਚਾ ਕਿਸਾਨ ਅੰਦੋਲਨ ਦਾ ਜਿਸ ਤਰ੍ਹਾਂ ਦਾ ਕੱਲ ਬੰਦ ਰਿਹਾ ਉਸਨੇ ਪ੍ਰਭਾਵ ਬਹੁਤ ਵੱਡੇ ਪੱਧਰ ਤੇ ਛੱਡਿਆ ਹੈ। ਇਸ ਦੇ ਨਾਲ ਦਿੱਲੀ ਤੇ ਕੇਂਦਰ ਦੀ ਸਰਕਾਰ ਤੱਕ ਕਿਹੋ ਜਿਹਾ ਪ੍ਰਭਾਵ ਪਿਆ ਹੈ ਇਸ ਦੇ ਉੱਤੇ ਵੀ ਗੱਲਬਾਤ ਰਹੇਗੀ ਤੇ ਨਾਲ ਹੀ ਚਰਚਾ ਕਰਾਂਗੇ ਚਰਨਜੀਤ ਚੰਨੀ ਹੋਣਾ ਦੀ ਕੈਬਨਿਟ ਦੀ ਪਹਿਲੀ ਬੈਠਕ ਹੋਈ ਹੈ। ਉਸ ਬੈਠਕ ਦੇ ਵਿੱਚ ਪਿੰਡਾਂ ਦੇ ਸਰਪੰਚਾਂ ਜਾਂ ਕੌਂਸਲਰਾਂ ਨੂੰ ਲੈ ਕੇ ਜਿਸ ਤਰ੍ਹਾਂ ਦਾ ਫੈਸਲਾ ਲਿਆ ਗਿਆ ਹੈ ਉਸ ਦੇ ਉੱਤੇ ਗੱਲਬਾਤ ਰਹੇਗੀ ਤੇ ਨਾਲ ਹੀ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਲਾਏ ਗਏ ਨੇ APS ਦਿਓਲ, ਉਹਨਾਂ ਦੇ ਨਾਮ ਦੇ ਉੱਤੇ ਬਹੁਤ ਵੱਡਾ ਵਿਵਾਦ ਛਿੜ ਚੁੱਕਿਆ, ਉਸ ਦੇ ਉੱਤੇ ਵੀ ਚਰਚਾ ਜਿਹੜੀ ਪ੍ਰੋਗਰਾਮ ਦੇ ਵਿੱਚ ਰਹੇਗੀ। ਸੋ ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਕਰਦੇ ਹਾਂ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਗਗਨ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ। ਡੱਲਾ ਸਾਹਿਬ ਸਭ ਤੋਂ ਪਹਿਲਾਂ ਤਾਂ ਕੱਲ ਦੇ ਬੰਦ ਦੇ ਵੱਲ ਵਧਾਂਗੇ। ਜਿਸ ਹਿਸਾਬ ਦੇ ਨਾਲ ਬੰਦ ਪ੍ਰਭਾਵੀ ਰਿਹਾ ਹੈ, ਪੰਜਾਬ ਦੀ ਗੱਲ ਕਰੀਏ ਚੰਡੀਗੜ੍ਹ ਹੋਵੇ ਦਿੱਲੀ ਹੋਵੇ, ਜਿਸ ਤਰ੍ਹਾਂ ਦਾ ਵੱਡੇ ਪੱਧਰ ਦੇ ਉੱਤੇ ਪ੍ਰਭਾਵ ਛੱਡਿਆ, ਕੀ ਲੱਗਦਾ ਹੈ ਕੇਂਦਰ ਤੱਕ ਇਹਦੀਆਂ ਤਸਵੀਰਾਂ ਪਹੁੰਚੀਆਂ ਹੋਣਗੀਆਂ? ਦੇਖੋ ਗਗਨ, ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਕੱਲ ਜਿਹੜਾ ਕਿਸਾਨਾਂ ਦਾ ਬੰਦ ਰਿਹਾ, ਭਾਰਤ ਬੰਦ ਰਿਹਾ ਜਿਹੜਾ, ਇਹ ਹੁਣ ਤੱਕ ਦੇ ਜਿੰਨੇ ਕਿਸਾਨਾਂ ਦੇ ਸੱਦੇ ਸੀ ਪੰਜਾਬ ਬੰਦ ਦੇ ਜਾਂ ਭਾਰਤ ਬੰਦ ਦੇ, ਇਹ ਸਾਰੇ ਜਿਹੜੇ ਬੰਦ ਸੀ ਉਹਨਾਂ ਨਾਲੋਂ ਪ੍ਰਭਾਵੀ ਰਿਹਾ ਔਰ ਮੁਲਕ ਦੇ ਵੱਡੇ ਹਿੱਸੇ ਵਿੱਚ ਜ਼ਮੀਨੀ ਪੱਧਰ ਤੱਕ ਕਿਸਾਨਾਂ ਦੀਆਂ ਮੰਗਾਂ ਦੀ ਗੱਲ ਪਹੁੰਚੀ ਹੈ ਔਰ ਆਮ ਲੋਕਾਂ ਨੇ, ਸਾਡੇ ਮੁਲਕ ਦਿਆਂ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਹੋਰ ਬਰੀਕੀ ਦੇ ਨਾਲ ਸਮਝਿਆ। ਜਿਹੜੇ ਲੋਕ ਖੇਤੀ ਨਾਲ ਸੰਬੰਧਿਤ ਨਹੀਂ ਉਹਨਾਂ ਨੂੰ ਵੀ ਮਹਿਸੂਸ ਹੋਣ ਲੱਗਿਆ ਕਿ ਖੇਤੀ ਕਾਨੂੰਨਾਂ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਕੀ ਨੇ, ਇਹਨਾਂ ਖੇਤੀ ਕਾਨੂੰਨਾਂ ਨੂੰ ਲੈ ਕੇ, ਔਰ ਉਹ ਮਹਿਸੂਸ ਕਰ ਰਹੇ ਨੇ ਆਮ ਲੋਕ ਵੀ ਕਿ ਕਿਸਾਨ ਕਿਉਂ ਮੰਗ ਕਰ ਰਹੇ ਨੇ ਕਿ ਇਹਨਾਂ 3 ਖੇਤੀ ਕਾਨੂੰਨਾਂ ਨੂੰ ਇੱਕ ਵਾਰੀ ਰੱਦ ਕਰਕੇ ਨਵੇਂ ਸਿਰੇ ਤੋਂ ਕਿਉਂ ਬਣਾਇਆ ਜਾਵੇ। ਸੋ ਕੁੱਲ ਮਿਲਾ ਕੇ ਕਿਸਾਨਾਂ ਦਾ ਜਿਹੜਾ ਕੱਲ ਦਾ ਬੰਦ ਸੀ ਇਹ ਬਹੁਤ ਜ਼ਿਆਦਾ ਕਾਮਯਾਬ ਰਿਹਾ। ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਦਿੱਲੀ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ, ਝਾਰਖੰਡ 'ਚ, ਉੱਤਰਾਖੰਡ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ, ਰਾਜਸਥਾਨ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਨ ਸਮਰਥਨ ਮਿਲਿਆ ਔਰ ਸ਼ਾਂਤੀਪੂਰਵਕ ਬੰਦ ਰਿਹਾ ਕੁੱਲ ਮਿਲਾ ਕੇ। ਔਰ ਕਿਸਾਨ ਜਥੇਬੰਦੀਆਂ ਸਮੂਹਿਕ ਤੌਰ ਦੇ ਉੱਤੇ ਇਸ ਬੰਦ ਨੂੰ ਲੈ ਕੇ ਫੈਸਲਾ ਲੈਂਦੀਆਂ ਨਜ਼ਰ ਆਈਆਂ ਸੀ। ਔਰ ਜਿਹੜੀ ਵੱਡੀ ਗੱਲ ਰਹੀ, ਜਿਹੜੀਆਂ ਐਮਰਜੈਂਸੀ ਸੇਵਾਵਾਂ ਸੀ ਕਿਸਾਨਾਂ ਨੇ ਉਹਨਾਂ ਨੂੰ ਨਹੀਂ ਰੋਕਿਆ, ਭਾਵੇਂ ਕੋਈ ਐਂਬੂਲੈਂਸ ਸੀ, ਭਾਵੇਂ ਕੋਈ ਮਰੀਜ਼ ਹਸਪਤਾਲ ਜਾਣਾ ਸੀ, ਭਾਵੇਂ ਕਿਸੇ ਦਾ ਕੋਈ ਇਮਤਿਹਾਨ ਸੀ ਔਰ ਭਾਵੇਂ ਕੋਈ ਮਰੀਜ਼ ਸੀ, ਭਾਵੇਂ ਕੋਈ ਬਹੁਤ ਜ਼ਰੂਰੀ ਟਿਕਟਾਂ ਸੀ ਕਿਸੇ ਕੋਲੇ, ਕਿਸੇ ਨੇ ਕੋਈ ਜ਼ਰੂਰੀ ਕੰਮ ਜਾਣਾ, ਕਿਸੇ ਨੇ ਕੋਈ ਵਿਆਹ 'ਚ ਜਾਣਾ ਜਾਂ ਕੋਈ ਬਰਾਤ ਸੀ, ਇਹਨਾਂ ਸਾਰਿਆਂ ਨੂੰ ਨਹੀਂ ਰੋਕਿਆ ਗਿਆ, ਜਿਹਦੇ ਨਾਲ ਵੱਡੇ ਪੱਧਰ ਤੇ ਆਮ ਲੋਕਾਂ ਨੇ ਬੰਦ 'ਚ ਸਹਿਯੋਗ ਕੀਤਾ। ਔਰ ਪੰਜਾਬ 'ਚ ਕਈ ਥਾਈਂ ਅਜਿਹੀਆਂ ਤਸਵੀਰਾਂ ਆਈਆਂ ਨੇ, ਪੰਜਾਬ 'ਚ ਕਈ ਥਾਈਂ ਰੇਲਾਂ ਵੀ ਰੋਕੀਆਂ ਗਈਆਂ ਕਿਸਾਨਾਂ ਵੱਲੋਂ, ਪਰ ਜਿਹੜੇ ਯਾਤਰੀ ਸੀ ਉਹਨਾਂ ਯਾਤਰੀਆਂ ਨੂੰ ਲੰਗਰ ਪਾਣੀ ਦੀ ਸੇਵਾ ਦਿੱਤੀ ਗਈ, ਉਹਨਾਂ ਨੂੰ ਭੋਜਨ ਉਹਨਾਂ ਨੂੰ ਕਰਵਾਇਆ ਗਿਆ, ਉਹਨਾਂ ਨੂੰ ਪਾਣੀ ਪਿਲਾਇਆ ਗਿਆ, ਉਹਨਾਂ ਨੂੰ ਚਾਹ ਪਿਲਾਈ ਗਈ। ਸੋ ਜਿਹਦੇ ਨਾਲ ਜਿਹੜੇ ਯਾਤਰੀ ਨੇ, ਜਿੰਨੀ ਦੇਰ ਉਹਨਾਂ ਨੇ ਰੇਲ ਗੱਡੀ ਰੋਕ ਕੇ ਰੱਖੀ ਉਨੀ ਦੇਰ ਯਾਤਰੀ ਨੇ ਜਿਹੜੇ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ, ਸਾਡੇ ਕਿਸਾਨਾਂ ਨੇ ਇਹ ਵੀ ਖਾਸ ਖਿਆਲ ਰੱਖਿਆ ਸੀ। ਇਸੇ ਕਰਕੇ ਗਗਨ ਮੈਂ ਤੁਹਾਨੂੰ ਕਹਿ ਰਿਹਾ ਕਿ ਜਿਹੜਾ ਕੱਲ੍ਹ ਵਾਲਾ ਬੰਦ ਸੀ ਉਹਦਾ ਵੱਡਾ ਅਸਰ ਗਿਆ। ਭਾਰਤ ਦੀ ਸਰਕਾਰ ਤੱਕ ਇਸ ਬੰਦ ਦੇ ਚਰਚੇ ਗਏ ਨੇ। ਸਾਡੀਆਂ ਜਿੰਨੀਆਂ ਸਰਕਾਰੀ ਚੌਕਸੀ ਏਜੰਸੀਆਂ ਨੇ ਉਹਨਾਂ ਦੀ ਜਿਹੜੀ ਰਿਪੋर्ट भारत सरकार ਨੂੰ गई है, सरकार समझ जाए मायने इसके भारत बंद के, वो सब समझ लेगी। प्रेस के लोग समझे हैं इसके मायने। भारत बंद है इसका मतलब ये है कि सरकार बातचीत शुरू करे और इसका समाधान निकाले। सरकार तो लगातार कह रही है कि बातचीत करें, सरकार झूठ बोल रही, सरकार झूठ बोल रही। जिस दिन बातचीत करेगी वो कर लेगी, हम बात करेंगे उससे। लेकिन दिल्ली कांग्रेस के अध्यक्ष भी आए हैं, प्रदेश अध्यक्ष, वो भी समर्थन कर रहे हैं। समर्थन कर रहे होंगे, अभी देखेंगे कहाँ है।
लेकिन जिस तरीके से विपक्षी पार्टियां सपोर्ट कर रही हैं तो सरकार कह रही है कि ये विपक्षियों का प्रदर्शन है। और क्यों करंट दे रहे भाई ने समर्थन, इन्हें पकड़ कर जेल में बंद करो जो से आ रहे हैं यहाँ पे। जिन जिन ने समर्थन करा उनके खिलाफ पर्चे दर्ज करके और उन पे ऐसे लगा के जेल में बंद करो। लेकिन हाँ, सर, विपक्ष वालों को लगता नहीं आपको कि जिस तरीके से रोड बंद कर रखे हैं लोगों को दिक्कतों का सामना करना पड़ रहा होगा? ना, हमें तो नहीं लग रहा। हमने कहा रोड बंद कर रखे, रोड तो सरकार ने बंद कर रखे। अच्छा, 10 महीने हो चुके हैं आंदोलन को। कई बार इस तरीके से किया भी गया है कि भाई भारत बंद का आह्वान किया गया है। लगता है कुछ असर पड़ने वाला है? हाँ, पड़ेगा असर। आज चैनल वाले बहुत आए, असर पड़ेगा कुछ ना कुछ। भारत बंद का तो ठीक है, इस तरह के तो होने चाहिए कभी कभी प्रोग्राम, असर ਪੜੇਗਾ। ਬਿਲਕੁਲ। ਸੋ ਜੋ ਗੱਲਾਂ ਬਾਤਾਂ ਕਿਸਾਨਾਂ ਦੀਆਂ ਤੇ ਕਿਸਾਨ ਆਗੂਆਂ ਦੇ ਸਮੇਤ ਜੋ ਸਿਆਸੀ ਬਿਆਨ ਸੀ ਉਹ ਵੀ ਆਪਾਂ ਇੱਥੇ ਸੁਣੇ ਨੇ। ਡੱਲਾ ਸਾਹਿਬ, ਜਿਸ ਹਿਸਾਬ ਦੇ ਨਾਲ ਸਿਆਸੀ ਲੋਕਾਂ ਦੀ ਇਸ ਅੰਦੋਲਨ ਦੇ ਵਿੱਚ ਆਉਣ ਦੀ ਚਰਚਾ ਰਹੀ ਹੈ, ਵੱਖ-ਵੱਖ ਜਗ੍ਹਾਵਾਂ ਦੇ ਉੱਤੇ, ਦਿੱਲੀ ਦੇ ਕੁੰਡਲੀ ਬਾਰਡਰ ਦੇ ਉੱਤੇ ਵੀ ਕਈ ਕਾਂਗਰਸੀ ਆਗੂ ਪਹੁੰਚੇ, ਜਾਂ ਰਵਨੀਤ ਬਿੱਟੂ ਹੋਣਾ ਦਾ ਬਿਆਨ ਰਿਹਾ, ਅਰਵਿੰਦ ਕੇਜਰੀਵਾਲ ਦਾ ਬਿਆਨ ਆਇਆ ਕਿ ਅਸੀਂ ਸਾਰੇ ਸਮਰਥਨ ਕਰਦੇ ਹਾਂ। ਸਿਆਸੀ ਲੋਕਾਂ ਨੇ ਜਿਸ ਹਿਸਾਬ ਦੇ ਨਾਲ ਇਸ ਬੰਦ ਨੂੰ ਸਮਰਥਨ ਦਿੱਤਾ ਹੈ, ਕੀ ਲੱਗਦਾ ਹੈ ਇੱਕ ਵੱਖਰੇ ਕਿਸਮ ਦੀ ਤਿਆਰੀ ਜਿਹੜੀ ਸਿਆਸੀ ਤੌਰ ਦੇ ਉੱਤੇ ਵੀ ਇਸ ਅੰਦੋਲਨ ਦੇ ਨਾਲ ਹੋਣ ਲੱਗੀ ਆ? ਦੇਖੋ, ਕਿਉਂਕਿ ਇਹ ਕਿਸਾਨਾਂ ਦਾ ਭਾਰਤ ਬੰਦ ਸੀ, ਪੋਲੀਟੀਕਲ ਪਾਰਟੀਆਂ ਨੇ ਸਮਰਥਨ ਕੀਤਾ ਸੀ, ਅਕਾਲੀ ਦਲ ਨੇ ਵੀ ਸਮਰਥਨ ਕੀਤਾ ਸੀ, ਨਵਜੋਤ ਸਿੰਘ ਸਿੱਧੂ ਉਹਨਾਂ ਨੇ ਸਮਰਥਨ ਕੀਤਾ ਸੀ, ਰਾਹੁਲ ਗਾਂਧੀ ਨੇ ਸਮਰਥਨ ਕੀਤਾ ਸੀ, ਸੁਖਬੀਰ ਬਾਦਲ ਨੇ ਵੀ ਬੰਦ ਦਾ ਸਮਰਥਨ ਕੀਤਾ ਸੀ, ਸਾਰੀਆਂ ਸੰਯੁਕਤ ਕਿਸਾਨ ਮੋਰਚਾ, ਸਿਮਰਜੀਤ ਬੈਂਸ, ਕਿਉਂਕਿ ਇਹ ਸਾਰਿਆਂ ਨੇ ਇਸ ਬੰਦ ਦਾ ਸਮਰਥਨ ਕੀਤਾ ਸੀ। ਇਸ ਕਰਕੇ ਮੈਂ ਕਹਿ ਸਕਦਾ ਗਗਨ ਜੀ ਕਿ ਪੋਲੀਟੀਕਲ ਧਿਰਾਂ ਨੇ ਆਪਣੇ ਵੱਲੋਂ ਇਸ ਬੰਦ ਦੇ ਵਿੱਚ ਅਸਿੱਧੇ ਤੌਰ ਤੇ ਆਪਣੀ ਭੂਮਿਕਾ ਅਦਾ ਕਰਨ ਦੀ ਕੋਸ਼ਿਸ਼ ਕੀਤੀ, ਔਰ ਉਹਨਾਂ ਦੀਆਂ ਜਥੇਬੰਦੀਆਂ ਨਾਲ ਜੁੜੇ ਜਿੰਨੇ ਕਿਸਾਨ ਵਿੰਗ ਸੀ ਜਾਂ ਕਿਸਾਨ ਸੀ, ਕਾਂਗਰਸ ਨਾਲ, ਅਕਾਲੀ ਦਲ ਨਾਲ ਜਾਂ ਲੋਕ ਇਨਸਾਫ ਪਾਰਟੀ ਨਾਲ ਜੁੜੇ ਹੋਏ ਕਿਸਾਨ, ਉਹ ਸਾਰੇ ਕਿਸਾਨਾਂ ਨੇ ਵੀ ਆਪਣੇ ਵੱਲੋਂ ਸ਼ਮੂਲੀਅਤ ਕੀਤੀ। ਔਰ ਅਰਵਿੰਦ ਕੇਜਰੀਵਾਲ ਦਾ ਵੀ ਬਿਆਨ ਆਇਆ, ਆਮ ਆਦਮੀ ਪਾਰਟੀ ਨੇ ਵੀ ਸਮਰਥਨ ਕੀਤਾ ਸੀ, ਕਾਂਗਰਸ ਨੇ ਵੀ ਸਮਰਥਨ ਕੀਤਾ ਸੀ। ਇਸੇ ਕਰਕੇ ਪੋਲੀਟੀਕਲ ਪਾਰਟੀਆਂ ਨੇ ਕੋਈ ਆਪਣੇ ਪ੍ਰੋਗਰਾਮ ਨਹੀਂ ਸੀ ਰੱਖੇ, ਕਿਸੇ ਤਰ੍ਹਾਂ ਦੀਆਂ ਮੀਟਿੰਗਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ ਸੀ। ਸੋ ਸ਼ਹੀਦ ਭਗਤ ਸਿੰਘ ਦੀ ਜਯੰਤੀ ਮੌਕੇ ਜਿਹੜਾ ਇਹ ਭਾਰਤ ਬੰਦ ਹੈ, ਇਹ ਪੋਲੀਟੀਕਲ ਪਾਰਟੀਆਂ ਨੇ ਵੀ ਇਹਨੂੰ ਖੁੱਲ੍ਹ ਕੇ ਸਮਰਥਨ ਦਿੱਤਾ। ਔਰ ਪੋਲੀਟੀਕਲ ਪਾਰਟੀਆਂ ਦੇ ਤੁਸੀਂ ਰਿਐਕਸ਼ਨ ਵੀ ਸੁਣਾ ਦਿਓ ਕਿ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦਿਆਂ ਦਾ ਕਹਿਣਾ ਕੀ। ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਬੰਦ ਬਹੁਤ ਵੱਡਾ ਸਫਲ ਹੋਇਆ ਹੈ। ਸਾਨੂੰ ਇੱਥੇ ਬੈਠਿਆਂ ਨੂੰ ਕਿਸਾਨ ਜਥੇਬੰਦੀਆਂ ਦੇ, ਕਿਸਾਨਾਂ ਦੇ, ਕਿਉਂਕਿ ਅਸੀਂ ਵੀ ਉਹਨਾਂ ਦੇ ਪਰਿਵਾਰਾਂ 'ਚੋਂ ਆ 295 ਦਿਨ ਹੋ ਗਏ, ਆ ਦੇਖ ਲਓ ਬੈਠੇ ਆ, ਇਹ ਵੀ ਜਿਉਂਦੇ ਸ਼ਹੀਦੀ ਨੇ। ਤੇ ਇਸ ਕਰਕੇ ਅੱਜ ਸਵੇਰ ਦਾ ਤੁਸੀਂ ਦੇਖ ਲਿਓ ਵੀ ਕਿਵੇਂ ਕਿਲਾਬੰਦੀ ਕੀਤੀ हुई है। और आपने देखा भी दिल्ली पुलिस सैकड़े लोग यहाँ खड़े थे, हम 10 थे तो वो 100 लोग यहाँ पे हमें सुबह का घेर के ये बैरिकेड लगा के बैठा है। और लाखों लोग सड़कों पे थे और बराबर ਲੱਖਾਂ ਦੀ ਗਿਣਤੀ 'ਚ ਪੁਲਿਸ ਜਿਹੜੀ ਅੱਜ ਸਾਰੇ ਦੇਸ਼ ਦੇ ਵਿੱਚ ਉਹਨਾਂ ਨੂੰ ਰੋਕਣ ਨੂੰ ਲੱਗੀ ਹੋਈ ਸੀ। ਅੱਜ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਆ ਨੋਇਡਾ ਦੇਖ ਲਓ, ਗੁੜਗਾਉਂ ਦੇਖ ਲਓ, ਰਾਜਸਥਾਨ ਦੇਖ ਲਓ, ਤਾਮਿਲਨਾਡੂ ਦੇਖ ਲਓ, ਪੰਜਾਬ ਹਰਿਆਣੇ ਤਾਂ ਗੱਲ ਹੀ ਛੱਡ ਦਿਓ, ਯੂਪੀ ਦੇਖ ਲਓ। ਅੱਜ ਕਿਸਾਨਾਂ ਦੇ ਨਾਲ ਸਾਰੀਆਂ ਯੂਨੀਅਨ ਉਹਨਾਂ ਨੇ ਸਾਥ ਦਿੱਤਾ, ਚਾਹੇ ਉਹ ਬੈਂਕ ਯੂਨੀਅਨ ਆ, ਚਾਹੇ ਸਭ ਆ। ਅਕਾਲੀ ਦਲ ਦਾ ਸਾਰਾ ਟੱਬਰ ਸਮਝਾਉਣ ਤੁਰਿਆ ਫਿਰਦਾ ਸੀ ਬਿੱਲਾਂ ਦੇ ਹੱਕ ਦੇ ਵਿੱਚ, ਤੇ ਉਹਨੂੰ ਕੀ ਅਧਿਕਾਰ ਹੈ? ਉਹਨਾਂ ਦਾ ਅਧਿਕਾਰ ਸਿਰਫ ਇੰਨਾ ਆ ਕਿ ਉਹ ਸਾਰਾ ਟੱਬਰ ਅਕਾਲੀ ਦਲ ਦਾ ਜਾ ਕੇ ਮਾਫੀ ਮੰਗੇ। ਇਹਨਾਂ ਨੂੰ ਲੋਕਾਂ ਦੇ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ। आज हम शहीद आज़म भगत सिंह को याद करने के लिए एकत्रित हुए हैं, उनकी जन्मदिन के अवसर पे। शहीद आज़म भगत सिंह ने सुप्रीम कुर्बानी दी थी देश को आज़ाद कराने के लिए। उनके बताए हुए रास्ते पे आज हम सब लोग चलने की कोशिश कर रहे हैं। दिल्ली सरकार चलने की कोशिश कर रही है शिक्षा के क्षेत्र में, स्वास्थ्य के क्षेत्र में और अन्य क्षेत्रों में। आज विट्ठल भाई पटेल का भी जन्मदिन है, उन्हें भी अभी हम लोगों ने याद किया। उनके बताए हुए रास्ते पे भी हम सब लोग चलने की कोशिश कर रहे हैं। हम उम्मीद करते हैं कि उनका आशीर्वाद हम सब पे बना रहेगा। सर, किसानों ने भारत बंद का आह्वान किया, देश भर में प्रदर्शन हो रहे हैं। ये दुख की बात है कि उनके जन्म दिवस के ऊपर किसानों को भारत बंद का आह्वान करना पड़ रहा है। 1 साल हो गया लगभग किसानों को अपनी मांगों को मनवाने के लिए। ਸੋ ਕਿਸਾਨ ਅੰਦੋਲਨ ਪ੍ਰਭਾਵੀ ਜ਼ਰੂਰ ਰਿਹਾ ਹੈ, ਇਸ ਦਾ ਪ੍ਰਭਾਵ ਜਿਹੜਾ ਸਾਰੇ ਪਾਸੇ ਵੇਖਣ ਨੂੰ ਜ਼ਰੂਰ ਮਿਲਿਆ। ਸੋ ਉਧਰ ਦੂਜੇ ਪਾਸੇ ਕੱਲ੍ਹ ਦੇ ਦਿਨ ਕੈਬਨਿਟ ਦੀ ਪਹਿਲੀ ਬੈਠਕ ਵੀ ਹੋਈ ਹੈ। ਚੰਨੀ ਦੀ ਕੈਬਨਿਟ ਬਣੀ ਹੈ, ਚਰਨਜੀਤ ਚੰਨੀ ਹੋਣਾ ਦੀ ਕੈਬਨਿਟ ਦਾ ਇਸ ਪਲੇਠੀ ਬੈਠਕ ਦੇ ਵਿੱਚੋਂ ਕਿਸਾਨਾਂ ਨੂੰ ਲੈ ਕੇ ਫੈਸਲੇ ਹੋਏ ਨੇ। ਕੱਲ੍ਹ ਦਾ ਸਾਰਾ ਦਿਨ ਕਿਸਾਨਾਂ ਦੇ ਉੱਤੇ ਰਿਹਾ।
ਡੱਲਾ ਸਾਹਿਬ, ਜਿਸ ਹਿਸਾਬ ਦੇ ਨਾਲ ਸਰਪੰਚਾਂ, ਕੌਂਸਲਰਾਂ ਜਾਂ ਹੋਰ ਮੌਤਬਰਾਂ ਨੂੰ ਲੈ ਕੇ ਜੋ ਫੈਸਲਾ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਕਿ ਉਹ ਸਿੱਧੇ ਸੈਕਟਰੀਏਟ ਆ ਸਕਣਗੇ, ਉਹਨਾਂ ਨੂੰ ਡੀਸੀ ਜਿਹੜੇ ਨੇ ਇੱਕ ਖਾਸ ਕਿਸਮ ਦੇ ਪਾਸ ਤਿਆਰ ਕਰਕੇ ਦੇਣਗੇ। ਸੈਕਟਰੀਏਟ ਜਿਸ ਤਰ੍ਹਾਂ ਪਹਿਲਾਂ ਉਹਨਾਂ ਦੀ ਐਂਟਰੀ ਨਹੀਂ ਸੀ ਹੁੰਦੀ, ਹੁਣ ਉਹ ਸਿੱਧੀ ਐਂਟਰੀ ਕਰ ਸਕਿਆ ਕਰਨਗੇ। ਇਸ ਫੈਸਲੇ ਨੂੰ ਕਿੱਦਾਂ ਵੇਖ ਰਹੇ ਹੋ? ਦੇਖੋ, ਇਹ ਬਹੁਤ ਹੀ ਚੰਗਾ ਫੈਸਲਾ ਹੈ। ਪੰਜਾਬ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਜਿਹੜਾ ਕੱਲ੍ਹ ਇਹ ਫੈਸਲਾ ਹੋਇਆ ਹੈ, ਇਹ ਬਹੁਤ ਚੰਗਾ ਫੈਸਲਾ ਹੈ। ਕਾਂਗਰਸ ਪਾਰਟੀ ਵੱਲੋਂ ਲੰਮੇ ਸਮੇਂ ਤੋਂ ਇਹ ਮੰਗ ਸੀ, ਭਾਵੇਂ ਉਹ ਕੌਂਸਲਰ ਸੀ, ਭਾਵੇਂ ਉਹ ਸਰਪੰਚ ਸੀ। ਲਗਾਤਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕੋਲੇ ਇਹ ਮੰਗ ਆਉਂਦੀ ਰਹੀ ਹੈ ਕਿ ਸਾਨੂੰ ਸੈਕਟਰੀਏਟ ਦੇ ਵਿੱਚ ਜਾਣ ਤੋਂ ਦਿੱਕਤ ਆਉਂਦੀ ਹੈ, ਜਿਹਦੇ ਕਰਕੇ ਸਰਪੰਚ ਹੋ ਗਏ, ਕੌਂਸਲਰ ਹੋ ਗਏ, ਨਗਰ ਕਮੇਟੀਆਂ ਵਾਲੇ ਅਹੁਦੇਦਾਰ ਹੋ ਗਏ, ਉਹਨਾਂ ਨੂੰ ਮੰਤਰੀਆਂ ਨੂੰ ਮਿਲਣ ਦੇ ਵਿੱਚ ਦਿੱਕਤ ਆਉਂਦੀ ਸੀ। ਪਹਿਲਾਂ ਪਾਸ ਬਣਵਾਉਣਾ ਪੈਂਦਾ ਸੀ, ਪਾਸ ਬਣਨ ਤੋਂ ਬਾਅਦ ਬਹੁਤ ਲੰਮਾ ਸਮਾਂ ਪਾਸ ਬਣਨ ਦੀ ਪ੍ਰਕਿਰਿਆ ਸੀ, ਜਿਸ ਕਰਕੇ ਉਹਨਾਂ ਨੂੰ ਦਿੱਕਤ ਆਉਂਦੀ ਸੀ। ਔਰ ਹੁਣ ਅਗਰ ਐਸਡੀਐਮ ਪੱਧਰ ਤੇ, ਡਿਪਟੀ ਕਮਿਸ਼ਨਰ ਪੱਧਰ ਤੇ ਹੀ ਚੰਡੀਗੜ੍ਹ ਮੁੱਖ ਸੈਕਟਰੀਏਟ 'ਚ ਜਾਣ ਦੇ ਪਾਸ ਬਣਨ ਲੱਗ ਜਾਣਗੇ, ਉਹਦੇ ਨਾਲ ਸਿੱਧੇ ਮੰਤਰੀਆਂ ਤੱਕ ਪਹੁੰਚ ਸਰਪੰਚਾਂ ਦੀ, ਕੌਂਸਲਰਾਂ ਦੀ ਹੋਏਗੀ। ਔਰ ਬੜੀ ਆਸਾਨੀ ਦੇ ਨਾਲ ਸਾਡੇ ਕੌਂਸਲਰ ਔਰ ਸਾਡੇ ਸਰਪੰਚ ਔਰ ਸਾਡੇ ਹੋਰ ਅਹੁਦੇਦਾਰ ਨੇ ਜਿਨ੍ਹਾਂ ਨੂੰ ਅਧਿਕਾਰ ਦਿੱਤਾ ਜਾਊਗਾ ਪਾਸ ਦੇ ਵਿੱਚ ਪਾਸ ਹਾਸਲ ਕਰਨ ਦਾ, ਉਹ ਸਾਰਿਆਂ ਦੇ ਲਈ ਬੜੀ ਸਹੂਲਤ ਬਣੂਗੀ। ਗਗਨ, ਮੈਂ ਇਸ ਫੈਸਲੇ ਦਾ ਸਮਰਥਨ ਕਰਦਾ। ਇਹਦੇ ਨਾਲ ਜਨਤਾ ਦੇ ਵਿੱਚ, ਲੋਕਾਂ ਦੇ ਵਿੱਚ, ਆਮ ਨਾਗਰਿਕਾਂ ਦੇ ਵਿੱਚ ਚੰਗੇ ਪ੍ਰਸ਼ਾਸਨ ਪ੍ਰਬੰਧ ਦਾ ਸੁਨੇਹਾ ਜਾਊਗਾ। ਔਰ ਇਹ ਫੈਸਲਾ ਜਿਹੜਾ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸਰਕਾਰ ਦਾ ਫੈਸਲਾ ਜਿਹੜਾ, ਇਹ ਚੰਗਾ ਫੈਸਲਾ। ਸੋ ਕੈਬਨਿਟ ਦੀ ਬੈਠਕ ਦੇ ਵਿੱਚੋਂ ਬਾਹਰ ਆ ਕੇ ਇਸ ਦੀਆਂ ਸਾਰੀਆਂ ਤਾਰੀਫਾਂ ਦੇ ਪੁਲ ਜਿਹੜੇ ਨੇ ਕਾਂਗਰਸ ਦੇ ਕੈਬਨਿਟ ਮੰਤਰੀ ਬਣ ਚੁੱਕੇ ਰਾਜਕੁਮਾਰ ਵੇਰਕਾ ਤੇ ਗੁਰਕੀਰਤ ਸਿੰਘ ਕੋਟਲੀ ਹੁਣਾਂ ਨੇ ਵੀ ਕੀਤੀ। ਉਹਨਾਂ ਦਾ ਬਿਆਨ ਵੀ ਤੁਹਾਨੂੰ ਸੁਣਾਉਂਦੇ ਹਾਂ। ਅੱਜ ਸਾਡੀ ਪਹਿਲੀ ਕੈਬਨਿਟ ਦੀ ਮੀਟਿੰਗ ਹੋਈ ਪੰਜਾਬ ਦੀ, ਜਿਹੜੇ ਨਵੇਂ ਚੀਫ ਮਿਨਿਸਟਰ ਚਰਨਜੀਤ ਚੰਨੀ ਬਣੇ ਆ ਤੇ ਉਹਨਾਂ ਦੀ ਕੈਬਨਿਟ ਪਹਿਲੇ 'ਚ ਅੱਜ ਵੀ ਜਿੰਨੇ ਸਾਡੇ, ਅਸੀਂ ਸਰਕਾਰਾਂ ਤਾਂ ਇਹੀ ਕੁਝ ਕਰ ਸਕਦੀਆਂ ਨਾ, ਅੱਜ ਸਾਰੀ ਕੈਬਨਿਟ 'ਚ ਸਿਰਫ ਕਿਸਾਨ ਬਾਰੇ ਗੱਲ ਹੋਈ ਆ ਵੀ ਕਿਸ ਤਰੀਕੇ ਨਾਲ ਸਰਕਾਰ ਦੀਆਂ ਗੋਡਣੀਆਂ ਟਿਕਾਉਣੀਆਂ ਦਿੱਲੀ ਦੀਆਂ। ਦੂਜੀ ਗੱਲ ਉਹ 'ਚ ਇਹ ਹੋਈ ਆ ਵੀ ਜਿੰਨੇ ਵੀ ਸ਼ਹੀਦ ਸਾਡੇ ਕਿਸਾਨ ਹੋਏ ਆ, ਉਹਨਾਂ ਨੂੰ ਕੱਲ ਸਾਰੇ ਕੈਬਨਿਟ ਮੰਤਰੀ ਆਪਣੇ ਆਪਣੇ ਜ਼ਿਲ੍ਹਿਆਂ 'ਚ ਜਾ ਕੇ ਨਿਯੁਕਤੀ ਪੱਤਰ ਦੇਣਗੇ, ਨੌਕਰੀਆਂ ਜਿਹੜੀਆਂ ਦੇਣਗੇ ਸਰਕਾਰੀ ਪੱਕੀਆਂ, ਜੋ ਕਰ ਸਕਦੇ ਆ ਵਾਪਸ ਲਿਆਉਣਾ। ਜਾਨ ਤਾਂ ਬਹੁਤ ਵੱਡੀ ਗੱਲ ਆ ਜਿਹੜਾ ਚਲਾ ਗਿਆ। ਦੂਜੀ 5-5 ਲੱਖ ਰੁਪਈਆ ਜਿਨ੍ਹਾਂ ਨੂੰ ਨਹੀਂ ਮਿਲਿਆ ਉਹ ਪਹੁੰਚਾਉਣਗੇ। ਇਹ ਕੰਮ ਸਰਕਾਰ ਦਾ। ਦੂਜੇ ਲੈਵਲ ਤੇ ਆਉਣ ਵਾਲੇ ਦਿਨਾਂ 'ਚ ਮੈਂ ਸਮਝਦਾ ਪੰਜਾਬ ਸਰਕਾਰ ਵੀ, ਪਾਰਟੀ ਵੀ ਬਹੁਤ ਵੱਡਾ ਜਿਹੜਾ ਇੱਕ ਯੁੱਧ ਸਤਰ ਤੇ ਉਹ ਸੈਂਟਰ ਗਵਰਨਮੈਂਟ ਜਿਹੜੀ ਅਸੀਂ ਲੜਾਈ ਛੇੜਾਂਗੇ, ਜਿਹੜੀ ਛੇੜੀ ਵੀ ਹੋਈ ਆ, ਹੋਰ ਛੇੜਾਂਗੇ ਵੱਧ ਤੋਂ ਵੱਧ। ਦੇਖੋ, ਮੁੱਖ ਤੌਰ ਤੇ ਤਾਂ ਜਿਹੜੇ ਕਿਸਾਨੀ ਸੰਘਰਸ਼ ਚੱਲ ਰਿਹਾ, ਕਾਲੇ ਕਾਨੂੰਨ ਬਣੇ ਹੋਏ ਨੇ, ਉਹਨਾਂ ਤੇ ਚਰਚਾ ਹੋਈ ਆ। ਔਰ ਸਾਰੀ ਕੈਬਨਿਟ ਨੇ ਕਿਸਾਨਾਂ ਦੇ ਨਾਲ, ਖੇਤ ਮਜ਼ਦੂਰਾਂ ਦੇ ਨਾਲ ਖੜੇ ਹੋਣ ਦਾ ਅਹਿਦ ਕੀਤਾ। ਔਰ ਕਿਉਂਕਿ ਕਾਂਗਰਸ ਪਾਰਟੀ ਦਾ ਵੀ ਇਹ ਏਜੰਡਾ ਹੈ ਕਿ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ ਨੇ, ਤਾਂ ਅਸੀਂ ਅੱਜ ਜਿਹੜਾ ਫੋਕਸ ਰਿਹਾ ਮੇਨ ਉਹ ਕਿਸਾਨੀ ਸੰਘਰਸ਼ ਤੇ ਰਿਹਾ, ਇਹਨਾਂ ਕਾਲੇ ਕਾਨੂੰਨਾਂ ਤੇ ਰਿਹਾ। ਔਰ ਅਸੀਂ ਉਹਦੇ ਨਾਲ ਜਿਹੜੀਆਂ ਨੌਕਰੀਆਂ ਨੇ, ਕਿਸਾਨ ਜਿਹੜੇ ਸੰਘਰਸ਼ ਦੇ ਦੌਰਾਨ ਉਹਨਾਂ ਦੀਆਂ ਜਾਨਾਂ ਚਲੀਆਂ ਗਈਆਂ, ਕਿ ਉਹਨਾਂ ਦੇ ਪਰਿਵਾਰਾਂ ਦੇ ਨਾਲ ਅਸੀਂ ਜਿਹੜੀ ਆ ਸੰਵੇਦਨਾ ਜ਼ਾਹਰ ਕੀਤੀ। ਔਰ ਉਹਦੇ ਨਾਲ ਉਹਨਾਂ ਨੂੰ ਨੌਕਰੀਆਂ ਦੇਣ ਦਾ ਵੀ ਅਸੀਂ ਜਿਹੜਾ ਵਾ ਉਹ ਫੈਸਲਾ ਕੀਤਾ। ਬਹੁਤ ਜਲਦੀ ਉਹਨਾਂ ਪਰਿਵਾਰਾਂ ਨੂੰ ਨੌਕਰੀ ਦੇ ਜਿਹੜੇ ਪੱਤਰ ਨੇ ਉਹ ਦਿੱਤੇ ਜਾ ਰਹੇ ਨੇ। ਡੱਲਾ ਸਾਹਿਬ, ਉਹਦੇ ਦੂਜੇ ਪਾਸੇ ਇੱਕ ਚਿੱਠੀ ਚਰਚਾ ਦੇ ਵਿੱਚ ਬਹੁਤ ਰਹੀ ਹੈ ਬੀਤੇ ਦਿਨ ਦੀ, ਜੋ ਚਿੱਠੀ ਨਵੇਂ ਜੋ ਐਡੀਸ਼ਨਲ ਡੀਜੀਪੀ ਲਾਏ ਗਏ ਨੇ ਪੰਜਾਬ ਪੁਲਿਸ ਦੇ, ਉਹਨਾਂ ਨੂੰ ਜੋ ਚਿੱਠੀ ਲਿਖੀ ਗਈ ਹੈ ਚਰਨਜੀਤ ਚੰਨੀ ਹੋਣਾ ਦੇ ਵੱਲੋਂ ਕਿ ਮੈਂ ਪਹਿਲਾਂ ਵੀ ਇਹ ਚਿੱਠੀ ਲਿਖੀ ਸੀ ਕਿ ਮੇਰਾ ਜੋ ਸੁਰੱਖਿਆ ਕਾਫਲਾ ਉਹਦੇ 'ਚ ਘਟਾਇਆ ਜਾਵੇ, ਉਸ ਸੁਰੱਖਿਆ ਮੁਲਾਜ਼ਮਾਂ ਨੂੰ ਇੱਕ ਵਾਰ ਫਿਰ ਚਿੱਠੀ ਲਿਖੀ ਹੈ ਉਹਨਾਂ ਨੇ ਕਿ ਮੇਰਾ ਸੁਰੱਖਿਆ ਜੋ ਅਮਲਾ ਹੈ ਉਹਨੂੰ ਘਟਾਇਆ ਜਾਣਾ ਚਾਹੀਦਾ। ਲਗਾਤਾਰ ਮੁੱਖ ਮੰਤਰੀ ਇਸ ਤਰ੍ਹਾਂ ਦੀ ਅਪੀਲ ਕਰ ਰਹੇ ਨੇ, ਤੁਸੀਂ ਸਿਆਸੀ ਅਤੇ ਗੈਰ ਸਿਆਸੀ ਤੌਰ ਤੇ ਇਹਨੂੰ ਕਿੱਦਾਂ ਵੇਖਦੇ ਹੋ? ਦੇਖੋ, ਇਹ ਬੜੀ ਚੰਗੀ ਗੱਲ ਹੈ ਅਗਰ ਮੁੱਖ ਮੰਤਰੀ ਇਸ ਤਰ੍ਹਾਂ ਦੀ ਅਪੀਲ ਕਰਦੇ ਨੇ ਕਿ 1000 ਪੁਲਿਸ ਮੁਲਾਜ਼ਮ ਨੇ ਜਿਹੜੇ ਮੁੱਖ ਮੰਤਰੀ ਦੀ ਸੁਰੱਖਿਆ 'ਚ, ਮੈਨੂੰ ਪਤਾ ਲੱਗਿਆ, ਲੱਗੇ ਹੋਏ ਸੀ। ਗਗਨ, ਇਹ ਬਹੁਤ ਵੱਡਾ ਅੰਕੜਾ ਹੈ, 1000 ਪੁਲਿਸ ਮੁਲਾਜ਼ਮ। ਮੈਨੂੰ ਲੱਗਦਾ ਵੱਧ ਤੋਂ ਵੱਧ ਅਗਰ 40-50 ਪੁਲਿਸ ਮੁਲਾਜ਼ਮ ਹੀ ਮੁੱਖ ਮੰਤਰੀ ਦੀ ਸੁਰੱਖਿਆ 'ਚ ਲੱਗ ਜਾਣ ਤੇ ਬੜੀ ਚੰਗੀ ਗੱਲ ਹੈ। ਔਰ ਮੁੱਖ ਮੰਤਰੀ ਨੂੰ ਬਹੁਤ ਸਾਦਗੀ ਦੇ ਨਾਲ ਸੁਰੱਖਿਆ ਅਮਲਾ ਘਟਾਉਣ ਨੂੰ ਨਹੀਂ ਸੀ ਕਹਿਣਾ ਚਾਹੀਦਾ। ਮੈਨੂੰ ਲੱਗਦਾ ਕਹਿਣਾ ਚਾਹੀਦਾ ਸੀ, ਮੁੱਖ ਮੰਤਰੀ ਨੂੰ ਹੁਕਮ ਦੇਣਾ ਚਾਹੀਦਾ ਸੀ ਵੀ ਮੇਰਾ ਸੁਰੱਖਿਆ ਅਮਲਾ 3 ਗੱਡੀਆਂ ਦਾ ਕਰ ਦਿਓ, ਇੱਕ ਗੱਡੀ ਅੱਗੇ ਪਿੱਛੇ ਔਰ ਇੱਕ ਗੱਡੀ ਮੇਰੀ ਆਪਣੀ। ਸੋ 3 ਗੱਡੀਆਂ ਦਾ ਅਗਰ ਸੁਰੱਖਿਆ ਅਮਲਾ ਹੋਵੇ ਮੁੱਖ ਮੰਤਰੀ ਦਾ, ਤੇ ਉਹਦੇ ਨਾਲ ਲੋਕਾਂ 'ਚ ਵੀ ਬੜਾ ਚੰਗਾ ਸੁਨੇਹਾ ਜਾਊਗਾ, ਸਾਡੇ ਪੰਜਾਬ ਦੇ ਖਜ਼ਾਨੇ ਤੇ ਬੋਝ ਘੱਟ ਪਊਗਾ। ਔਰ ਇਹ ਬੜੀ ਆਦਰਸ਼ ਸਥਿਤੀ ਬਣੂਗੀ ਅਗਰ ਮੁੱਖ ਮੰਤਰੀ ਇੰਨੇ ਸਧਾਰਨ ਤਰੀਕੇ ਦੇ ਨਾਲ ਵਿਚਰਨਗੇ, 3 ਗੱਡੀਆਂ ਲੈ ਕੇ ਸਿਰਫ ਕਿਤੇ ਆਉਣਗੇ ਜਾਣਗੇ। ਸੋ ਉਹਦਾ ਬੜਾ ਚੰਗਾ ਪ੍ਰਭਾਵ ਪਊਗਾ, ਸੜਕਾਂ ਦੇ ਉੱਤੇ ਵੀ ਬੋਝ ਘਟੂਗਾ,
ਮੁਲਾਜ਼ਮ ਜਿਹੜੇ ਨੇ ਉਹ ਮਹਿਕਮਿਆਂ 'ਚ ਚਲੇ ਜਾਣਗੇ, ਪੁਲਿਸ ਦੇ ਮੁਲਾਜ਼ਮ ਥਾਣਿਆਂ 'ਚ ਚਲੇ ਜਾਣਗੇ, ਦਫ਼ਤਰਾਂ 'ਚ ਚਲੇ ਜਾਣਗੇ, ਔਰ ਉਹਦੇ ਨਾਲ ਜਿਹੜਾ ਸੁਰੱਖਿਆ ਦਾ ਵਾਧੂ ਭਾਰ ਪੈਂਦਾ ਉਹ ਘਟੂਗਾ। ਸੋ ਚਰਨਜੀਤ ਚੰਨੀ ਉਹਨਾਂ ਨੇ ਗੱਲ ਚੰਗੀ ਕੀਤੀ ਹੈ ਕਿ ਮੇਰਾ ਸੁਰੱਖਿਆ ਅਮਲਾ ਘਟਾ ਦਿਓ, ਪਰ ਮੈਂ ਕਹਿੰਦਾ ਉਹਨਾਂ ਨੂੰ ਹੁਕਮ ਦੇਣਾ ਚਾਹੀਦਾ ਸੀ ਕਿ ਮੇਰੇ ਸੁਰੱਖਿਆ ਅਮਲੇ 'ਚ 50 ਕੁ ਮੁਲਾਜ਼ਮ ਕਰ ਦਿਓ ਤੇ 3 ਗੱਡੀਆਂ ਕਰ ਦਿਓ, ਫਿਰ ਹੋਰ ਜ਼ਿਆਦਾ ਚੰਗਾ ਫੈਸਲਾ ਹੋ ਜਾਣਾ ਸੀ। ਉਂਝ ਜਿਹੜਾ ਉਹਨਾਂ ਦਾ ਫੈਸਲਾ ਸੁਰੱਖਿਆ ਘਟਾਉਣ ਦਾ ਉਹ ਚੰਗਾ। ਇਹ ਵੀ ਕਹਿ ਦਿੰਦੇ ਨੇ ਕਈ ਵਾਰੀ ਕਿ ਪੰਜਾਬ ਦੀ ਪੁਲਿਸ, ਉਹਨਾਂ ਕੋਲੇ ਇੰਟੈਲੀਜੈਂਸ ਏਜੰਸੀਆਂ ਦੀ ਆਊਟਪੁੱਟ ਹੁੰਦੀ ਹੈ, CID ਦੀ ਆਊਟਪੁੱਟ ਹੁੰਦੀ ਹੈ, ਉਹਦੇ ਆਧਾਰ ਤੇ ਸੁਰੱਖਿਆ ਪੁਲਿਸ ਤੈਅ ਕਰਦੀ ਹੈ ਵੀ ਅਸੀਂ ਕਿੰਨੀ ਤੁਹਾਨੂੰ ਸੁਰੱਖਿਆ ਦੇਣੀ ਹੈ। ਉਹਦੇ 'ਚ ਕਈ ਵਾਰੀ ਮੁੱਖ ਮੰਤਰੀ ਨੂੰ ਮਜਬੂਰੀ ਵਸ ਸੁਰੱਖਿਆ ਲੈਣੀ ਪੈਂਦੀ ਹੈ। ਸੋ ਕਈ ਤਕਨੀਕੀ ਕਾਰਨ ਵੀ ਨੇ, ਪਰ ਮਿਲ ਜੁਲ ਕੇ ਸੁਰੱਖਿਆ ਘਟਾਉਣ ਦਾ ਚਰਨਜੀਤ ਚੰਨੀ ਉਹਨਾਂ ਦਾ ਫੈਸਲਾ ਜਿਹੜਾ ਉਹ ਚੰਗਾ ਹੈ ਜੀ। ਸੋ ਉਧਰ ਡੱਲਾ ਸਾਹਿਬ, ਇੱਕ ਕੱਲ ਚਿੱਠੀ ਹੋਰ ਆਈ, ਚਰਚਾ 'ਚ ਉਹ ਵੀ ਬਹੁਤ ਹੈ ਕਿ ਇੱਕ ਨਵੇਂ ਜੋ ਪੰਜਾਬ ਦੇ ਐਡਵੋਕੇਟ ਜਨਰਲ ਲਾਏ ਗਏ ਨੇ APS ਦਿਓਲ, ਉਹਨਾਂ ਦਾ ਨਾਮ ਜਿਹੜਾ ਸਾਬਕਾ ਪੁਲਿਸ ਮੁਖੀ ਦੇ ਨਾਲ ਵੀ ਜੋੜ ਕੇ ਅੱਗੇ ਲਿਆਂਦਾ ਜਾ ਰਿਹਾ। ਚਰਚਾ ਹਰ ਇੱਕ ਮੀਡੀਆ ਘਰਾਣੇ ਦੇ ਵਿੱਚ ਹੈ ਕਿ ਇਹ ਵਿਵਾਦ ਹੁਣ ਬਣਦਾ ਜਾ ਰਿਹਾ ਹੈ ਕਿਤੇ ਨਾ ਕਿਤੇ। ਨਿਯੁਕਤੀ ਜਿਹੜੀ ਹੈ, ਇਸ ਨਿਯੁਕਤੀ ਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ? ਦੇਖੋ, ਸਰਕਾਰ ਜਦੋਂ ਫੈਸਲੇ ਕਰਦੀ ਹੈ ਫਿਰ ਲੋਕ ਤੈਅ ਕਰਦੇ ਨੇ ਕਿ ਲੋਕਾਂ ਨੂੰ ਸਰਕਾਰ ਦਾ ਫੈਸਲਾ ਕਿਵੇਂ ਲੱਗਿਆ। ਮੈਨੂੰ ਲੱਗਦਾ ਹੈ APS ਦਿਓਲ ਉਹਨਾਂ ਨੂੰ ਜਿਹੜਾ ਐਡਵੋਕੇਟ ਜਨਰਲ ਲਗਾਇਆ ਗਿਆ, ਦੇਖੋ ਉਹਨਾਂ ਦਾ ਟਰੈਕ ਰਿਕਾਰਡ ਜਦੋਂ ਗਰੇਵਾਲ ਸਾਹਿਬ ਦਾ ਦੇਖਦੇ ਹਾਂ, ਦਿਓਲ ਸਾਹਿਬ ਦਾ, ਤੇ ਉਹਨਾਂ ਦਾ ਸਕਸੈਸ ਰੇਟ ਬਹੁਤ ਜ਼ਿਆਦਾ ਹੈ। ਪਤਾ ਇਹ ਲੱਗਿਆ ਹੈ ਕਿ ਉਹਨਾਂ ਨੇ ਕਈ ਮਾਮਲਿਆਂ ਦੇ ਵਿੱਚ ਸਰਕਾਰੀ ਧਿਰ ਨੂੰ ਵੀ ਹਰਾਇਆ। ਜਦੋਂ ਉਹ ਵਕੀਲ ਹੁੰਦੇ ਸੀ, ਬੜੇ ਸੀਨੀਅਰ ਵਕੀਲ ਨੇ, ਉਹਨਾਂ ਨੇ ਸਰਕਾਰੀ ਧਿਰ ਨੂੰ ਵੀ ਹਰਾਇਆ, ਭਾਵ ਕਿ ਉਹਨਾਂ ਦਾ ਸਕਸੈਸ ਰੇਟ ਬਹੁਤ ਜ਼ਿਆਦਾ ਹੈ। ਹਾਲਾਂਕਿ ਉਹਨਾਂ ਤੇ ਇਹ ਵੀ ਗੱਲ ਆਉਂਦੀ ਹੈ ਕਿ ਕੁਝ ਪੁਲਿਸ ਅਫਸਰ ਨੇ ਜਿਹੜੇ, ਉਹਨਾਂ ਦੀ ਇੱਕ ਵਾਰੀ ਉਹਨਾਂ ਨੇ ਕਿਸੇ ਮਾਮਲੇ 'ਚ ਪੈਰਵਾਈ ਵੀ ਕੀਤੀ, ਪਰ ਮੈਂ ਉਹਨਾਂ ਦੀ ਟੈਲੀਵਿਜ਼ਨ ਤੇ ਇੰਟਰਵਿਊ ਸੁਣ ਰਿਹਾ ਸੀ, ਦਿਓਲ ਉਹਨਾਂ ਨੇ ਇਹ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਉਹ ਵਕੀਲ ਨਹੀਂ ਸੀ। ਸੋ ਇਸ ਕਰਕੇ ਇਹ ਵੀ ਗੱਲ ਹੈ ਜਿਹੜੀ ਉਹਨਾਂ ਦੀ ਆਈ ਹੈ। ਔਰ ਬਾਕੀ ਇਹ ਗਗਨ, ਜਦੋਂ ਕੋਈ ਫੈਸਲਾ ਸਰਕਾਰ ਕਰਦੀ ਹੈ, ਉਹ ਫੈਸਲਾ ਲੋਕ ਕਚਹਿਰੀ 'ਚ ਜਾਂਦਾ ਹੈ, ਕਿਉਂਕਿ ਆਮ ਲੋਕ ਤੈਅ ਕਰਦੇ ਨੇ ਵੀ ਇਸ ਫੈਸਲੇ ਨੂੰ ਅਸੀਂ ਕਿਵੇਂ ਵੇਖਣਾ। ਹੁਣ ਸਰਕਾਰਾਂ ਦੀ ਡਿਊਟੀ ਹੈ ਕਿ ਉਹ ਜਿਹੜੇ APS ਦਿਓਲ ਨੇ, ਨਵੇਂ ਐਡਵੋਕੇਟ ਜਨਰਲ, ਉਹਨਾਂ ਦੇ ਸਾਰੇ ਪੱਖਾਂ ਨੂੰ ਲੋਕਾਂ ਤੱਕ ਪਹੁੰਚਾਵੇ। ਸਰਕਾਰ ਕੋਲੇ ਪਬਲਿਕ ਰਿਲੇਸ਼ਨ ਦਾ ਮਹਿਕਮਾ ਹੈ, ਸੋ ਸਰਕਾਰ ਪਬਲਿਕ ਰਿਲੇਸ਼ਨ ਮਹਿਕਮੇ ਦੇ ਜ਼ਰੀਏ ਲੋਕਾਂ ਤੱਕ ਸਾਰੀ ਗੱਲ ਪਹੁੰਚਾਵੇ APS ਦਿਓਲ ਉਹਨਾਂ ਬਾਰੇ ਉਹ ਕੀ ਕਹਿਣਾ ਚਾਹੁੰਦੇ ਨੇ, ਤੇ ਜਿਹੜਾ ਲੋਕ ਨੇ, ਲੋਕ ਰਾਏ ਕੀ ਬਣਦੀ ਹੈ, ਇਹ ਵੀ ਇੱਕ ਅੱਧੇ ਦਿਨ ਤੱਕ ਕਲੀਅਰ ਹੋ ਜਾਏਗੀ ਕਿ ਇਸ ਸਰਕਾਰ ਦੇ ਫੈਸਲੇ ਨੂੰ ਲੈ ਕੇ ਲੋਕ ਰਾਏ ਕੀ ਬਣਦੀ ਹੈ। ਜੀ ਗਰ ਜੀ ਬਿਲਕੁਲ। ਸੋ ਇਹ ਜ਼ਰੂਰ ਹੈ ਕਿ ਇਸ ਫੈਸਲੇ ਨੂੰ ਲੈ ਕੇ ਜਿਸ ਹਿਸਾਬ ਦੇ ਨਾਲ ਹੁਣ ਬਿਆਨਬਾਜ਼ੀਆਂ ਦਾ ਦੌਰ ਚੱਲਿਆ ਹੈ, ਸੋ ਇਸ ਨਿਯੁਕਤੀ ਦੇ ਉੱਤੇ ਆਉਣ ਵਾਲੇ ਦਿਨਾਂ 'ਚ ਹੋਰ ਵਿਵਾਦ ਬਣੇਗਾ। ਵੱਖ-ਵੱਖ ਜਿਹੜੀਆਂ ਪੋਲੀਟੀਕਲ ਧਿਰਾਂ ਨੇ ਇਸ ਦੇ ਉੱਤੇ ਵੀ ਬਿਆਨ ਹੁਣ ਲਗਾਤਾਰ ਦਾਗਣਗੀਆਂ। ਸੋ ਵੇਖਦੇ ਹਾਂ ਕਿ ਆਖਿਰਕਾਰ ਇਹ ਨਿਯੁਕਤੀ ਅੱਗੇ ਵੱਧਦੀ ਹੈ ਜਾਂ ਇਸ ਨਿਯੁਕਤੀ ਦੇ ਉੱਤੇ ਪਹਿਲਾਂ ਹੀ ਕੋਈ ਨਾ ਕੋਈ ਸਵਾਲੀਆ ਨਿਸ਼ਾਨ ਜਿਸ ਤਰ੍ਹਾਂ ਖੜੇ ਹੋ ਰਹੇ ਨੇ, ਇਸ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਚੰਨੀ ਕੋਈ ਹੋਰ ਫੈਸਲਾ ਲੈਂਦੇ ਨੇ। ਸੋ ਲਗਾਤਾਰ ਅਜਿਹੇ ਸਵਾਲਾਂ ਜਵਾਬਾਂ ਦੇ ਉੱਤੇ ਗੱਲਬਾਤ ਜਿਹੜੀ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਜਾਰੀ ਰਹੇਗੀ। ਫਿਲਹਾਲ ਦੇ ਲਈ ਹੁਣ ਇਜਾਜ਼ਤ ਲਵਾਂਗੇ ਜੀ। ਬਹੁਤ ਬਹੁਤ ਧੰਨਵਾਦ ਡੱਲਾ ਸਾਹਿਬ। बहुत बहुत धन्यवाद गगन जी, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ बहुत बहुत धन्यवाद। भारत बंद की कॉल दी संयुक्त किसान मोर्चा ने और तकरीबन 1 दर्जन राजनीतिक दलों ने उसका समर्थन किया। लेकिन अब की बार राजनीतिक दलों के अलावा जो सामाजिक संस्थाएं थी, धार्मिक कुछ संस्थाएं थी और कुछ व्यापारिक संस्थाएं थी, उन्होंने भी इस आंदोलन या इस बंद को समर्थन दिया है। और मेरा अपना आकलन ये है कि जो पिछली जो कॉल संयुक्त किसान मोर्चा ने दी, उससे ये जो बंद था ये ज़्यादा कारगर हुआ है। मेरा अपना आकलन ये है। और ये भी ठीक है कि बाय एंड लार्ज ये शांतिपूर्ण भी रहा।